नमस्कार दोस्तों, मैं पवन खजूरिया यूट्यूब चैनल के माध्यम से आज हम आपको ले चलते हैं धार ब्लॉक में, जहां पे विभिन्न गांव में नरेश पुरी ने एक तूफानी दौरा किया। तूफानी दौरा लगाते हुए गांव-गांव का चक्कर लगाते हुए नरेश पुरी बंगुड़ी गांव में पहुंचे। वहां पे बीना मिन्हास, वाइफ ऑफ प्रवीण मिन्हास ने अपने कर्मठ सिपाहियों के साथ और कांग्रेसी कार्यकर्ताओं के साथ उनका बहुत धन्यवाद किया, वेलकम किया, स्वागत किया। और इसके बाद नरेश पुरी जी अपने कर्मठ सिपाहियों के साथ गांव रोग में पहुंचे। वहां की रोग की सरपंच अलका देवी, वाइफ ऑफ राकेश कुमार जी ने भी अपने वहां पे गांववासियों के साथ और पूरे कार्यकर्ताओं के साथ उनका स्वागत किया और उनका तहे दिल से धन्यवाद भी किया कि उन्होंने गांव रोग में घर घर में जाकर कांग्रेस पार्टी के हक के लिए वोट मांगे और लोगों ने वहां पे बैठे पूरा उनको आश्वासन दिया कि इस बार कांग्रेस की झोली में ज्यादा से ज्यादा वोट डाल के हम नरेश पुरी जी को विजय करेंगे। इस मौके पर उनके साथ कर्मठ सिपाहियों के साथ और उनके कांग्रेस वर्करों के साथ एडवोकेट भानु प्रताप जी, प्रवीण पठानिया जी, रमेश धार जी, ठाकर राकेश सिंह जी ऊंचा थड़ा से, सरपंच राजकुमार जी दोनेरा से, राजेश कुमार जी दोनेरा से, एक्स सरपंच राजकुमार साहटी से, सरपंच सुमन वाला बमनाता से, सरपंच अंजू वाला नरो से, सरपंच लंजेरा से विजय कुमार जी और सरपंच, इन सभी सरपंचों ने अपने पूरी कर्मठ सिपाहियों के साथ बैठ के और अपने पूरे वर्करों के साथ बैठ के पुरी साहब को ये पूरा आश्वासन दिया कि उनको ज़्यादा से ज़्यादा उनके खाते में वोट डाल के कांग्रेस पार्टी की तरफ में हम हल्का सुजानपुर की ये सीट जो है पुरी साहब को जिताकर हम हाई कमांड को ये साबित कर देंगे कि उन्होंने इस दफ़ा एक अच्छे कैंडिडेट को टिकट देकर कांग्रेस पार्टी को यहाँ पे विजयी बनाया है। ये पूरा आश्वासन धार ब्लॉक के दर्जनों सरपंचों ने कांग्रेस पार्टी को दिया है। आइए इस संबंध में देखते हैं एक छोटी सी रिपोर्ट। ऑनर है ਤੇ ਅਸੀਂ ਪਹੁੰਚੇ ਹਾਂ ਤੇ ਅੱਜ ਸਾਡੇ ਉਚੇਚੇ ਤੌਰ ਤੇ ਸਾਡੇ ਕਾਂਗਰਸ ਦੇ ਕੈਂਡੀਡੇਟ ਨਰੇਸ਼ ਪੁਰੀ ਜੀ ਵੀ ਉਹ ਵੀ ਅੱਜ ਉਹਨਾਂ ਦਾ ਭੰਗੂੜੀ ਦਾ ਦੌਰਾ ਸੀਗਾ, ਉਹ ਵੀ ਇੱਥੇ ਆਏ ਹੋਏ ਨੇ ਤੇ ਮੈਂ ਹੁਣ ਮੈਚ ਦਾ ਉਦਘਾਟਨ ਕੀਤਾ ਤੇ ਮੈਂ ਹੁਣ ਟੀਮਸ ਨੂੰ ਬਹੁਤ ਅਸੀਂ ਵਧਾਈ ਵੀ ਦਿੱਤੀ ਹੈ ਤੇ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋ ਰਿਹਾ ਔਰ ਵਧੀਆ ਹੋ ਰਿਹਾ ਤੇ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿਉਂਕਿ ਇਲੈਕਸ਼ਨ ਦਾ ਸਮਾਂ ਆ ਤੇ ਮੈਂ ਸਮਝਦਾ ਪੋਲੀਟੀਕਲ ਗੱਲ ਜ਼ਰੂਰ ਹੋਣੀ ਚਾਹੀਦੀ। ਸਾਰਿਆਂ ਭਰਾਵਾਂ ਨੂੰ, ਸਾਰੀਆਂ ਭੈਣਾਂ ਨੂੰ ਭੰਗੂੜੀ ਦੀਆਂ ਧਾਰ ਬਲਾਕ ਦੀਆਂ ਇਹੀ ਬੇਨਤੀ ਹੈ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਸਾਰੀ ਵੱਧ ਤੋਂ ਵੱਧ ਵੋਟਾਂ ਪਾ ਕੇ ਵਿਜੇ ਬਣਾਓ ਔਰ ਜਿਹੜਾ ਸਾਡੇ ਇਲਾਕੇ ਦੀ ਜੋ ਤਰੱਕੀ ਰੁਕੀ ਹੋਈ ਹੈ ਉਹਨੂੰ ਅਸੀਂ ਜਿਹੜਾ ਸ਼ੁਰੂ ਕਰੀਏ। ਉਹ ਜਿਹੜੇ ਸਟੇਡੀਅਮ ਵਗੈਰਾ ਧਾਰ 'ਚ ਵਧੀਆ ਹੋਰ ਬਣਾਈਏ ਤੇ ਇੱਥੇ ਪਾਣੀ ਦੀ ਸਮੱਸਿਆ ਨੂੰ ਹੱਲ ਕਰੀਏ, ਨੌਜਵਾਨੀ ਨੂੰ ਰੋਜ਼ਗਾਰ ਦਾ ਬੰਦੋਬਸਤ ਕਰੀਏ, ਵਧੀਆ ਹਸਪਤਾਲ ਲਿਆਈਏ। ਸੋ ਇੱਦਾਂ ਦੇ ਬਹੁਤ ਮਸਲੇ ਨੇ ਜਿਹੜੇ ਸਾਡੇ ਅਸੀਂ ਪੁਰੀ ਸਾਹਿਬ ਨੂੰ ਡਿਮਾਂਡ ਕਰਾਂਗੇ ਹੱਲ ਹੋਣੇ ਚਾਹੀਦੇ ਔਰ ਅਸੀਂ ਕਾਂਗਰਸ ਪਾਰਟੀ ਅਸੀਂ ਇਹਨੂੰ ਹੱਲ ਕਰਾਂਗੇ। ਜੈ ਹਿੰਦ, ਜੈ ਭਾਰਤ।
ਨਮਸਕਾਰ ਜੀ। ਇਸ ਪਿੰਡ ਦੇ ਸਰਪੰਚ ਸ਼੍ਰੀਮਤੀ ਬੀਨਾ ਮਨਾਲ ਜੀ, ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚ ਸਾਹਿਬਾਨ, ਹਾਰਦਿਕ ਜੀ ਆਇਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਤੁਸੀਂ ਜਾਣਦੇ ਹੋ ਕਿ ਇਸ ਵਾਰ ਜਿਹੜੀ ਕਾਂਗਰਸ ਪਾਰਟੀ ਨੇ ਟਿਕਟ ਸ਼੍ਰੀ ਨਰੇਸ਼ ਪੁਰੀ ਜੀ ਨੂੰ ਦਿੱਤੀ ਹੈ, ਉਹ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਇਸ ਵਾਰ ਸਾਰੇ ਕੰਮ ਪਿੱਛੇ ਢਾਹ ਕੇ ਤੇ 20 ਤਰੀਕ ਤੱਕ ਸ਼੍ਰੀ ਨਰੇਸ਼ ਪੁਰੀ ਜੀ ਨੂੰ ਡੱਬੇ 'ਚ ਵੋਟਾਂ ਪਵਾ ਕੇ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਈਏ, ਤਾਂ ਜੋ ਪਿਛਲੇ ਜਿਹੜਾ 20 ਸਾਲ ਦਾ ਸਾਡੇ ਤੇ ਕੋੜ ਲੱਗਾ ਆ ਉਹਨੂੰ ਅਸੀਂ ਖਤਮ ਕਰੀਏ। ਮੇਰੇ ਹਿਸਾਬ ਨਾਲ 2002 'ਚ ਅਸੀਂ ਸਭ ਜਿੱਤੇ ਸੀ, ਉਸ ਤੋਂ ਬਾਅਦ ਅਸੀਂ ਜਿੱਤੇ ਨਹੀਂ ਹੈ। ਹੁਣ 2022 ਆਉਣ ਲੱਗਾ ਤੇ ਮੈਨੂੰ 100% ਵਿਸ਼ਵਾਸ ਹੈ ਕਿ ਅਸੀਂ ਇਸ ਵਾਰ ਜ਼ਰੂਰ ਜਿੱਤਾਂਗੇ। ਸੋ ਇਹ ਸਿਲਸਿਲਾ ਪੁਰੀ ਸਾਹਿਬ ਦਾ ਚੱਲ ਰਿਹਾ। ਅੱਜ ਪਹਿਲਾਂ ਪਿੱਛੇ ਧਾਰ ਪ੍ਰੋਗਰਾਮ ਆਇਆ ਸੀ, ਹੁਣ ਇੱਥੇ ਪੰਗੂੜੀ ਹੈ, ਇਸ ਤੋਂ ਬਾਅਦ ਰੋਗ ਬਾਰਸ਼ਗਾਲ ਇਹ ਚੱਲਦਾ ਰਹੇਗਾ। ਸਾਰਿਆਂ ਨੂੰ ਇੱਕੋ ਬੇਨਤੀ ਹੈ ਕਿ ਤੁਸੀਂ ਆਪਣੇ ਆਪ ਨੂੰ ਪੁਰੀ ਸਾਹਿਬ ਸਮਝਣਾ ਹੈ। ਕਿਸੇ ਨੇ ਜ਼ੋਰ ਘੱਟ ਲਗਾਉਣਾ, ਇੱਕ ਵੋਟ ਦੀ ਕੀਮਤ ਹੈ ਜੀ। ਹਰ ਬੰਦਾ, ਹਰ ਸਰਪੰਚ ਮੈਂਬਰ, ਜੋ ਸਾਡੇ ਯੂਥ ਵਰਕਰ ਹੈਗਾ ਜਾਂ ਪੁਰੀ ਸਾਹਿਬ ਦੇ ਪ੍ਰਾਂਤਾਂ ਨਾਲ ਵੀ ਜੁੜਿਆ, ਜਿਹੜੇ ਉਹ ਮਾਤਾ ਤੇ ਭੈਣਾਂ ਦਾ, ਬਜ਼ੁਰਗਾਂ ਦਾ, ਸਰਪੰਚ ਸਾਹਿਬਾਨ ਦਾ, ਬਾਕੀ ਨਰੇਸ਼ ਜੀ, ਭਾਨੂ ਜੀ ਮਾਰਕੀਟ ਚੇਅਰਮੈਨ ਪਠਾਨਕੋਟ, ਪੰਮੀ ਜੀ, ਰਜੇਸ਼ ਰਾਜੂ ਜੀ ਦੁਨੇਰਾ ਤੋਂ, ਬਾਕੀ ਸਾਰੇ ਮੇਰੇ ਆਏ, ਰਮੇਸ਼ ਜੀ ਮੇਰੇ ਚਾਚਾ ਜੀ ਹੈਗੇ ਆ। ਬਾਕੀ ਧਿਆਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਨਰੇਸ਼ ਜੀ ਇਲੈਕਸ਼ਨ ਤੇ ਐਮਐਲਏ ਦੇ ਦਾਅਵੇਦਾਰ ਹੈ ਹੀ ਹੈ, ਔਰ ਤੁਸੀਂ ਵੋਟਾਂ ਪਾ ਕੇ ਉਹਨਾਂ ਨੂੰ ਵੱਧ ਚੜ੍ਹ ਕੇ ਵੋਟਾਂ ਪਾ ਕੇ ਤੇ ਜਿਤਾਉਣਾ ਹੈ। ਬਸ ਮੈਂ ਇਹੀ ਕਹਿੰਦਾ ਹਾਂ। ਅੱਜ ਪੰਗੂੜੀ ਪਿੰਡ ਦੇ ਵਿੱਚ ਰਘੁਨਾਥ ਸਾਈ ਪੁਰੀ ਦੇ ਬੇਟੇ ਨਰੇਸ਼ ਪੁਰੀ ਜੀ ਸਾਡੇ ਵਿੱਚ ਮੌਜੂਦ ਨੇ। ਅਸੀਂ 15 ਸਾਲ ਤੋਂ ਪਿੱਛੋਂ ਸੰਤਾਪ ਝੇਲਦੇ ਆਏ ਰਹੇ ਹਾਂ। ਮੈਂ ਤਾਂ ਤੁਹਾਡੇ ਵਿੱਚ ਵਿਚਰਦਾ ਰਿਹਾ, ਗੁਜ਼ਰਦਾ ਰਿਹਾ। ਸਰਪੰਚ ਸਾਹਿਬਾਨ, ਬਾਕੀ ਲੋਕ ਜਾਣਦੇ ਆ ਜਿੰਨਾ ਕੁ ਪੈਸੇ ਮੈਂ ਦੇ ਸਕਦਾ ਸੀ, ਜਿੰਨੀਆਂ ਕੁ ਗ੍ਰਾਂਟਾਂ ਮੈਂ ਲਿਆ ਸਕਦਾ, ਸਰਪੰਚ ਬੈਠੇ ਮੈਂ ਦਿੰਦਾ ਰਿਹਾ। ਐਮਐਲਏ ਨਰੇਸ਼ ਪੁਰੀ ਬਣ ਜਾਏ ਤੇ ਆਹੀ ਬੜੇ ਮਾਣ ਨਾਲ ਲੜ ਕੇ ਝਗੜ ਕੇ, ਜਿੱਦਾਂ ਆਪਣੇ ਫਾਦਰ ਨਾਲ ਲਗੜ ਕੇ ਝਗੜ ਕੇ, ਜਿੱਦਾਂ ਮਰਜ਼ੀ ਅਸੀਂ ਉਹਦੇ ਕੋਲ ਪੈਸੇ ਜ਼ਮੀਨ ਕਿੱਦਾਂ ਲੈ ਲੈਂਦੇ ਆ, ਇੱਦਾਂ ਹੀ ਆਪਣੇ ਬੰਦੇ ਤੋਂ ਕੁਝ ਮੰਗ ਸਕਨੇ ਆ। ਹੁਣ ਦਿਨੇਸ਼ ਬਾਬੂ ਸਾਡਾ ਐਮਐਲਏ ਨਹੀਂ ਹੈ, ਅਸੀਂ ਉਹਦੇ ਤੋਂ ਰੋਹ ਪਾ ਕੇ ਕੁਝ ਨਹੀਂ ਮੰਗ ਸਕਦੇ। ਕੋਈ ਤਰੱਕੀ ਨਹੀਂ ਕਰਾ ਸਕਦੇ, ਕੋਈ ਗਲੀ ਨਹੀਂ ਬਣਵਾ ਸਕਦੇ, ਕੋਈ ਪਾਣੀ ਦਾ ਅਰੇਂਜਮੈਂਟ ਨਹੀਂ ਕਰ ਸਕਦੇ। ਤੁਹਾਡੇ ਕੋਲ ਸਫੇਦਿਆਂ ਦਾ ਚੱਕਰ ਵੀ ਹੈਗਾ ਹੈ, ਉਹ ਵੀ ਮੈਂ ਰਿਕੁਐਸਟ ਕਰਾਂਗਾ ਕਿ ਸਫੇਦਿਆਂ ਦੇ ਨਾਲ ਪੱਤੇ ਉਸ ਮਹੱਲੇ ਵਿੱਚ ਬੜੇ ਜਾਂਦੇ, ਬੜਾ ਹਾਲਤ ਮਾੜੀ ਹੁੰਦੀ ਹੈ। ਤੇ ਮੈਂ ਇਹਨਾਂ ਵਿੱਚੋਂ ਇੱਕ ਪੰਮੀ ਜੀ ਨੇ, ਮਨਾਜ ਜੀ ਨੇ, ਚੈਨ ਜੀ ਨੇ, ਬਲਵੰਤ ਜੀ ਨੇ, ਪੂਰਨ ਜੀ ਨੇ, ਲੁਥਰਾ ਜੀ ਨੇ, ਲਾਲ ਜੀ ਨੇ, ਮੈਂ ਕਿੰਨੇ ਕੁ ਨਾਂ ਗਣਾ ਦੇਵਾਂ। ਇੰਨੇ ਕੁ ਸਾਡੇ ਇੱਥੇ ਵਰਕਰ ਹੈਗੇ ਆ, ਇਹ ਸਾਰੇ ਜੇ ਸੁਣਦੇ ਹੋਣ ਸਾਰੇ ਅੱਗੇ ਆ ਕੇ ਸਾਰੇ ਪੁਰੀ ਸਾਹਿਬ ਦਾ ਹੌਸਲਾ ਵਧਾਉਣ। ਇਹਨਾਂ ਨੇ ਬੂਥ ਸਾਂਭਣਾ ਹੈ, ਇਹਨਾਂ ਨੇ ਸਾਰਾ ਲੜਾਈ ਲੜਨੀ ਹੈ। ਇਸ ਬੂਥ ਤੇ ਬਹੁਤ ਵੱਡਾ ਬੂਥ ਹੈ, ਪੰਗੂੜੀ ਦਾ ਬੂਥ ਬਹੁਤ ਵੱਡਾ ਬੂਥ ਹੈ। ਇੱਥੋਂ ਜਿੱਤਣਾ ਬੜਾ ਜ਼ਰੂਰੀ ਹੈ। ਜੇ ਅਸੀਂ ਇੱਥੋਂ ਡਾਊਨ ਚਲੇ ਗਏ ਤੇ ਸਾਡੇ ਕੋਲ ਕਵਰਿੰਗ ਨਹੀਂ ਹੋਣੀ ਬੂਥ ਦਾ ਹੀ। ਇਸ ਲਈ ਮੈਂ ਦੋ ਹੱਥ ਜੋੜ ਕੇ ਬੀਬੀਆਂ, ਬਜ਼ੁਰਗਾਂ ਔਰ ਯੂਥ ਨੂੰ ਇਹ ਜ਼ਰੂਰ ਰਿਕਵੈਸਟ ਕਰਦਾ ਹਾਂ ਕਿ ਆਪਣੀ ਇੱਕ ਵੋਟ ਜ਼ਰੂਰ ਪਾਣੀ ਹੈ। ਜਿਨ੍ਹਾਂ ਦੀ ਰਿਸ਼ਤੇਦਾਰੀ ਪੜਾ ਰੋਗ ਖਾਣਾ ਹੈ, ਕਿਸੇ ਦੀ ਕੋਈ ਗੱਲ ਨਹੀਂ ਸੁਣਨੀ ਹੈ। ਸਿੱਧੀਆਂ ਵੋਟਾਂ ਜਿਹੜੀਆਂ ਹੱਥ ਨੂੰ ਪਾ ਕੇ ਨਰੇਸ਼ ਪੁਰੀ ਨੂੰ ਕਾਮਯਾਬ ਬਣਾਉਣਾ ਹੈ। ਮੈਂ ਇਹੋ ਸ਼ਬਦਾਂ ਨਾਲ ਤੁਹਾਡੇ ਤੋਂ ਗੁਸਤਾਖੀ ਨਾਰਾ ਲਾਉਂਗਾ। ਪੁਰੀ ਸਾਹਿਬ ਜਿੰਦਾਬਾਦ, ਪੁਰੀ ਸਾਹਿਬ ਜਿੰਦਾਬਾਦ, ਪੁਰੀ ਸਾਹਿਬ ਜਿੰਦਾਬਾਦ। ਮੈਂ ਪੰਗੂੜੀ ਪਿੰਡ ਦੇ ਸਾਰੇ ਇਲਾਕਾ ਨਿਵਾਸੀਆਂ ਨੂੰ, ਆਪਣੀਆਂ ਮਾਵਾਂ ਨੂੰ, ਭੈਣਾਂ ਨੂੰ ਤੇ ਨੌਜਵਾਨਾਂ ਨੂੰ ਸਪੈਸ਼ਲੀ ਥੈਂਕਸ ਕਹਿਣਾ ਚਾਹੂੰਗਾ ਕਿ ਉਹ ਤੁਸੀਂ ਅੱਜ ਜੋ ਸਮਝ ਰਹੇ ਹੋ, ਇੱਕ ਫੀਲਿੰਗ ਸਮਝ ਰਹੇ ਹੋ ਆਪਣੀ ਨੌਜਵਾਨਾਂ ਦੀ। ਸਪੈਸ਼ਲੀ ਮੈਂ ਇੱਕ ਡੈਡੀਕੇਟ ਕਰੂੰਗਾ ਕਿ ਜਿੱਦਾਂ ਸਾਡੇ ਪੁਰੀ ਸਾਹਿਬ ਨੇ, ਇਹਨਾਂ ਨੂੰ ਇੱਕ 2 ਸਾਲ ਪਹਿਲਾਂ ਵੀ ਇਹਨਾਂ ਨੇ ਇਲੈਕਸ਼ਨ ਲੜਿਆ, ਤੁਹਾਨੂੰ ਪਤਾ ਹੀ ਹੈ। ਤੇ ਹਾਂਜੀ 2 ਵਾਰੀ ਲੜੇ ਆ। ਤੇ ਹੁਣ ਜਿਹੜਾ ਇਹ ਮੌਕਾ ਮਿਲਿਆ ਸਾਨੂੰ ਇੱਕ ਲਾਸਟ ਤੇ ਇੱਕ ਉਤਸ਼ਾਹ ਭਰਾ ਮਿਲ ਰਿਹਾ ਸਾਡੇ ਲੋਕਾਂ ਤੋਂ, ਉਹ ਇਹ ਕਾਰਨ ਹੈ ਕਿ ਜਿੱਦਾਂ 15 ਸਾਲ ਜੀ ਨਰੇਸ਼ ਪੁਰੀ ਜੀ, ਉਹਨਾਂ ਦੇ ਨਾਲ ਸਾਡੇ ਮੱਠੀ ਤੋਂ ਬਾਬਾ ਜੀ ਨਾਲ ਆਏ ਨੇ, ਸਰਪੰਚ ਸਾਹਿਬਾਨ ਤੇ ਸਿਆਂ ਤੋਂ ਜੱਸਾ ਭਾਜੀ, ਕਰਨ ਜੀ, ਗੌਤਮ ਜੀ, ਰਮਾ ਜੀ, ਅਸ਼ਵਨੀ ਜੀ, ਸੋਨੂ, ਕਰਨ, ਅਮਿਤ ਸ਼ਾਹ ਜੀ, ਰਜੇਸ਼ ਜੀ, ਬੰਟੀ ਜੀ, ਲਾਡੀ ਸਰਪੰਚ ਜੀ, ਤਸੀਮ ਸਵਰਗੀ ਉਹਨਾਂ ਦੇ ਬੇਟਾ ਜੀ, अब मेरे नाल खड़े राजू सरपंच जी दनेरा तो, राजू भाजी साठी तो, और स्पैशली एक बार जोरदार तालियां जिन्होंने मीटिंग ऑर्गेनाइज कराई है। मेरे सामने सरपंच साहब बैठे ने, उन्होंने हसबैंड जोड़े आ गोगा भाजी, उन्होंने प्यार नाल गोगा भाजी कहने हैं। तो ये बड़ा वधिया उपराला जिहड़ा कीता है अपने शुरुआत पंगूड़ी पिंड तो, कि जिन्होंने बीजेपी की हब मनिया जाता है।
ਔਰ ਅੱਜ ਤੁਹਾਡਾ ਇਹ ਇਕੱਠ ਦੱਸਦਾ ਹੈ ਕਿ ਤੁਸੀਂ ਇਹ ਜਿਹੜੀ ਬੀਜੇਪੀ ਜਿਹੜੀ ਇੱਥੋਂ ਆਪਣੀ ਹਵਾ ਬਣਾਉਂਦੀ ਹੈ ਕਿ ਪੰਘੂੜੀ ਪਿੰਡ 'ਚ ਅਸੀਂ 200, 300, 400 ਦੀ ਲੀਡ ਲੈਂਦੇ ਆ। ਅਸੀਂ ਤੁਹਾਡੇ ਏਰੀਏ ਨਹੀਂ ਹੈ ਕਿ 2018 'ਚ ਤੁਸੀਂ ਮੇਰੀ ਮਦਰ ਨੂੰ ਇੱਥੋਂ ਜ਼ਿਲ੍ਹਾ ਪਰਿਸ਼ਦ ਦੀਆਂ ਵੋਟਾਂ ਪਾਈਆਂ ਸੀਗੀਆਂ ਔਰ ਜਿਹੜੇ ਸਾਡੇ ਓਪੋਜੀਸ਼ਨ ਖੜੇ ਜੀ ਨੀਤਾ ਪਠਾਨੀਆ ਜੀ ਸਿਰਫ 40 ਵੋਟ ਤੋਂ ਇੱਥੋਂ ਦੀ ਪਿੱਛੋਂ ਲੀਡ ਕੀਤੀ ਸੀ ਔਰ ਮੈਂ ਕਹਿੰਦਾ 40 ਵੋਟਾਂ ਨਾਲ ਜੋ ਅਸੀਂ ਲੂਜ਼ ਕਰ ਗਏ ਸੀ ਪਿਛਲੀ ਵਾਰ, ਇਸ ਵਾਰ ਤੁਸੀਂ ਉਹ ਲੀਡ ਡਬਲ ਕਰਨੀ ਹੈ ਘੱਟੋ ਘੱਟ। ਅੱਜ ਨਹੀਂ ਮੈਂ ਨਾਂ ਸੁਣਿਆ ਸੀ। ਮੈਂ ਤਕਰੀਬਨ 32-35 ਸਾਲ ਤੋਂ ਇਹਨਾਂ ਦੇ ਡੈਡੀ ਨਾਲ ਮਿਲਾਪ ਵੀ ਮੇਰਾ ਹੋਇਆ, ਇਹਨਾਂ ਨਾਲ ਮਿਲਿਆ ਮੈਂ। ਬਹੁਤ ਵਧੀਆ ਮਿਲਣਸਾਰ ਤੇ ਕੰਮ ਕਰਨ ਵਾਲੇ ਨੇਤਾ ਸੀਗੇ। ਤੇ ਹੁਣ ਅੱਜ ਸਾਡੇ ਪਿੰਡ ਵਿੱਚ ਉਹਨਾਂ ਦੇ ਸਪੁੱਤਰ ਸ਼੍ਰੀ ਨਰੇਸ਼ ਪੁਰੀ ਜੀ ਸਾਡੇ ਵਿੱਚ ਰੂਬਰੂ ਹੋਏ ਤੇ ਮੈਂ ਸਾਰੇ ਪਿੰਡ ਦੇ ਆਏ ਹੋਏ ਭੈਣਾਂ ਭਰਾਵਾਂ ਪਿੰਡ ਦੀ ਤਰਫੋਂ ਮੈਂ ਜ਼ਿਆਦਾ ਡਿਮਾਂਡ ਮੈਂ ਇਸ ਵੇਲੇ ਨਹੀਂ ਰੱਖਾਂਗਾ ਕਿਉਂਕਿ ਟਾਈਮ ਤੁਹਾਡੇ ਕੋਲ ਯੋਗ ਕਾਂਗਰਸ ਪਾਰਟੀ ਦੇ ਉਮੀਦਵਾਰ ਨਰੇਸ਼ ਪੁਰੀ ਜੀ ਮੰਚ ਤੇ ਮੇਰੇ ਸਾਹਮਣੇ ਬੈਠੇ ਕਾਂਗਰਸ ਪਾਰਟੀ ਦੇ ਦਰਜਾ ਬੇਦਰਜਾ ਸਾਰੇ ਲੀਡਰ ਸਾਹਿਬਾਨ, ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ ਭੈਣਾਂ, ਸਭ ਤੋਂ ਪਹਿਲੇ ਤੁਹਾਡੇ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਰੇ ਅੱਜ ਨਰੇਸ਼ ਜੀ ਨੂੰ ਆਪਣਾ ਆਸ਼ੀਰਵਾਦ ਦੇਣ ਆਏ ਹੋ। ਤੁਸੀਂ ਬਜ਼ੁਰਗ ਆਏ ਹੋ ਔਰ ਮੈਂ ਤੁਹਾਡੇ ਸਾਰਿਆਂ ਦੇ ਆਉਣ ਨਾਲ ਇਹ ਯਕੀਨ ਹੋ ਗਿਆ ਕਿ ਇੱਥੋਂ ਇਹ ਵਿਧਾਇਕ ਬਣ ਇਹਨਾਂ ਦਾ ਵਿਧਾਇਕ ਬਣਨਾ ਹੀ ਬਹੁਤ ਜ਼ਰੂਰੀ ਹੈ। ਉਹ ਬਾਬਾ ਜੀ ਇਸ ਕਰੀਏ ਜ਼ਰੂਰੀ ਆ ਜਿਹੜਾ ਇੱਥੋਂ 15 ਸਾਲ ਦਾ ਤੁਸੀਂ ਲੋਕਾਂ ਨੇ ਪਾਈਆਂ ਤਾਂ ਬਣਿਆ ਨਹੀਂ ਬਣ ਸਕਦਾ ਉਹ। ਤੁਸੀਂ ਧਾਰ ਵਾਲਿਆਂ ਨੇ ਵੋਟਾਂ ਪਾਈਆਂ ਤਾਂ ਬੱਬੂ ਐਮਐਲਏ ਬੰਦਾ ਰਿਹਾ, ਪਰ ਤੁਹਾਡਾ ਕੰਮ ਕੋਈ ਨਹੀਂ ਕੀਤਾ। ਪੁਰੀ ਸਾਹਿਬ ਇੱਥੇ ਨੰਬਣਾ ਦੇਖੋ, ਸਾਡੇ ਇੱਥੇ ਕਿਸੇ ਲੇਡੀ ਦੇ ਬੱਚਾ ਆਉਣ ਵਾਲਾ ਹੁੰਦਾ ਨਾ ਧਾਰ ਕੁੜੀ, ਉਹਨੂੰ ਪਠਾਨਕੋਟ ਜਾ ਕੇ ਡਿਲੀਵਰੀ ਕਰਾਉਂਦੇ। 15 ਸਾਲ ਲੋਕਾਂ ਨੇ ਐਮਐਲਏ ਬਣਾਇਆ, ਉਹਦੀ ਕੇਂਦਰ 'ਚ ਸਰਕਾਰ ਵੀ ਰਹੀ, 10 ਸਾਲ ਆਪਣੀ ਸਰਕਾਰ 'ਚ ਵੀ ਰਿਹਾ, ਵਧੀਆ ਹਸਪਤਾਲ ਨਹੀਂ ਬਣਾਈ ਸਕਿਆ। ਬੜਾ ਮਾਮੂਲੀ ਜਿਹਾ ਕੰਮ। ਤੇ ਫਿਰ ਤੁਸੀਂ ਲੋਕੀ ਵੋਟਾਂ ਕਿਸੀ ਪਾਉਂਦੇ ਜੇ ਤੁਹਾਡੇ ਬੇਸਿਕ ਕੰਮ ਨਹੀਂ ਕਰ ਸਕਿਆ, ਤੁਹਾਡੇ ਬੱਚਿਆਂ ਦੀ ਕਾਲਜ ਨਹੀਂ ਬਣਾਈ ਸਕਿਆ ਕੋਈ। ਸਾਡੀ ਬੱਚਿਆਂ ਨੂੰ ਪਠਾਨਕੋਟ ਜਾਣਾ ਪੈਂਦਾ ਪੜ੍ਹਨ, ਇੱਥੇ ਕਾਲਜ ਜਾਣਾ ਇੱਕ ਐਮਐਲਏ ਲਈ ਐਮਐਲਏ ਲਿਆਈ ਸਕਦਾ। ਇੱਕ ਵਾਰੀ ਦਾ ਐਮਐਲਏ ਭਾਵੇਂ ਪੁੱਛਾ ਥੋੜਾ ਉਹਨੂੰ ਕਠਿਨਾਈ ਹੋਏ, ਪਰ ਜਿਹੜਾ 3 ਵਾਰੀ ਦਾ ਐਮਐਲਏ ਹੁੰਦਾ ਨਾ ਉਹਦੇ ਲਈ ਇਹ ਮੁਸ਼ਕਲ ਕੰਮ ਨਹੀਂ। ਡਿਪਟੀ ਸਪੀਕਰ ਹੋਏ, ਵਿਧਾਨ ਸਭਾ 'ਚ ਮੈਨੂੰ ਅੱਜ ਤੱਕ ਵੀ ਦੱਸਿਓ। ਤੁਸੀਂ ਸਾਰੇ ਫੋਨ ਦੇਖਦੇ ਹੋ, ਬਾਬਾ ਜੀ ਦੇਖਦੇ ਹੋਣੇ ਸਾਰੇ, ਮੇਰੀ ਮਾਤਾ ਭੈਣਾਂ ਫੋਨ ਅੱਜ ਕੱਲ੍ਹ ਸਾਰੇ ਦੇਖਦੇ ਹੋ। ਕਦੀ ਅੱਜ ਤੱਕ ਤੁਸੀਂ ਦੇਖਿਆ ਕਿ ਬੱਬੂ ਜੀ ਧਾਰ ਦੀ ਕੋਈ ਸਮੱਸਿਆ ਜਾਂ ਸੁਜਾਨਪੁਰ ਹਲਕੇ ਦੀ ਕੋਈ ਸਮੱਸਿਆ ਵਿਧਾਨ ਸਭਾ 'ਚ ਚੁੱਕੀ ਹੋਏ ਜਾਂ ਕਿਤੇ ਅਖਬਾਰ 'ਚ ਪੜ੍ਹੀ ਹੋਏ ਤੁਸੀਂ ਕਿ ਬੱਬੂ ਜੀ ਨੇ ਅੱਜ ਜੀ ਸੀਐਮ ਸਾਹਿਬ ਦਾ ਕਿ ਧਰਨਾ ਮਾਰਿਆ ਜਾਂ ਉੱਥੇ ਮਾਰਿਆ ਕਿ ਜੀ ਇਹਦੇ ਬੱਸ ਚਲਾਓ, ਜਾਂ ਬੱਬੂ ਜੀ ਨੇ ਸੰਨੀ ਦਿਓਲ ਨੂੰ ਕਿਹਾ। ਹੁਣ ਸੰਨੀ ਦਿਓਲ ਦੇ ਵੀ ਆਉਣਾ ਮੈਂ, ਮੇਰੀਆਂ ਭੈਣਾਂ ਨੇ ਵੋਟਾਂ ਪਾੜੀਆਂ ਕਿ ਸੋਹਣਾ ਸਰਕਾ ਬੰਦਾ ਆਇਆ, ਸਟਾਰ ਆਇਆ, ਸਾਰਿਆਂ ਨੇ ਪਾੜੀਆਂ ਵੋਟਾਂ। ਲੱਭਿਆ ਤਾਂ ਕੀ ਉਸ ਤੋਂ ਬਾਅਦ ਲੱਭਿਆ ਸੰਨੀ ਦਿਓਲ ਨੇ ਲੱਭਿਆ। ਸੋ ਇਸ ਕਰੀਏ ਸੋਚ ਸਮਝ ਕੇ ਠੀਕ ਅਕਲ ਨਾਲ। ਇਸ ਵਾਰੀ ਬਦਲਾਵ ਦਾ ਸਮੇਂ ਹੈ। ਸਰਕਾਰ ਪੰਜਾਬ 'ਚ ਕਾਂਗਰਸ ਦੀ ਬਣ ਰਹੀ ਹੈ, ਬੀਜੇਪੀ ਕਿਤੇ ਨਹੀਂ। ਐਮਐਲਏ ਸੁਜਾਨਪੁਰ ਕਾਂਗਰਸ ਦਾ ਬਣੇਗਾ ਤੇ ਸਾਡੇ ਇਲਾਕੇ ਦਾ ਵਿਕਾਸ ਹੋਏਗਾ। ਤੇ ਬਣਾਉਣਾ ਤੁਸੀਂ ਹੈ, ਲੋਕਾਂ ਨੇ ਬਣਾਉਣਾ। ਤੇ ਝਾੜੂ ਭਰਨਾ ਆਇਓ। ਪਿਛਲੀ ਵਾਰੀ 100 ਸੀਟਾਂ ਦਿੰਦੇ, ਝਾੜੂ ਦੀ 20 ਆਈਆਂ ਸੀ। ਇਸ ਵਾਰੀ 30-35 ਦੇ ਕਰਦੇ ਨਾ, ਰਹੀ 5 ਹੀ ਜਾਣੀਆਂ। ਸੋ ਵੋਟ ਜਿਹੜੀ ਹੈ ਕਾਂਗਰਸ ਪਾਰਟੀ ਨੂੰ ਪਾਇਆ, ਪੁਰੀ ਸਾਹਿਬ ਨੂੰ ਪਾਣੀ ਅਸੀਂ। ਔਰ ਸਾਰੇ ਆਇਓ ਇਮਾਨਦਾਰੀ ਨਾਲ, ਸੱਚੇ ਮਨ ਨਾਲ, ਹੱਥ ਖੜਾ ਕਰਕੇ ਅਸੀਂ ਵਿਸ਼ਵਾਸ ਦਿਲਾਈਏ ਪੁਰੀ ਸਾਹਿਬ ਨੂੰ। ਸਾਰੀਆਂ ਮੇਰੀਆਂ ਭੈਣਾਂ ਮਾਤਾਵਾਂ ਸਾਰੇ ਸਾਥੀ ਇਸ ਵਾਰੀ ਜਿਹੜੀ ਵੋਟਾਂ ਅਸੀਂ ਕਾਂਗਰਸ ਨੂੰ ਪਾਵਾਂਗੇ, ਹੱਥ ਖੜੇ ਕਰਕੇ ਨਾਰੇ ਦਾ ਜਵਾਬ ਜ਼ਰੂਰ ਦੇਣਾ ਜੀ। ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ, ਨਰੇਸ਼ ਪੁਰੀ ਤੁਮ ਆਗੇ बढ़ो, हम तुम्हारे साथ हैं। ਮਾਤਾ ਜੀ ਮੇਰੀਆਂ ਭੈਣਾਂ, ਆਸ਼ੀਰਵਾਦ ਤੁਹਾਡਾ ਸਭ ਤੋਂ ਜ਼ਰੂਰੀ ਹੈ। ਆਸ਼ੀਰਵਾਦ ਰੱਖਣਾ ਆਪਣਾ ਔਰ ਸੱਚੇ ਮਨ ਨਾਲ। ਔਰ ਤੁਹਾਨੂੰ ਮੈਂ ਵਿਸ਼ਵਾਸ ਦਿਲਾਨਾ ਕਿ ਜਿਹੜੀਆਂ ਛੋਟੀ ਮੋਟੀ ਸਮੱਸਿਆ, ਪੁਰੀ ਸਾਹਿਬ ਇੱਕ ਬਹੁਤ ਜ਼ਰੂਰੀ ਸਮੱਸਿਆ, ਸਰਪੰਚ ਸਾਹਿਬ ਨੇ ਲੋਕਾਂ ਨੂੰ ਜ਼ਿਕਰ ਨਹੀਂ ਕੀਤਾ। ਇੱਥੇ ਲੋਕਾਂ ਨੂੰ ਆਪਣੇ ਘਰ ਬਣਾਉਣੇ ਹੁੰਦੇ ਵੀ ਫੋਰੈਸਟ ਵਾਲੇ ਪਾਸੇ ਨਹੀਂ ਵੀ ਪੁੱਟਦਾ ਨਾ, ਫੋਰੈਸਟ ਵਾਲਾ ਆ ਜਾਂਦਾ। ਇਹ ਮੈਨੂੰ ਪਤਾ ਤੁਸੀਂ ਐਮਐਲਏ ਬਣ ਕੇ ਫੋਰੈਸਟ ਵਾਲੇ 4 ਕਿਲੋਮੀਟਰ ਦੂਰ ਰਹਿਣੇ ਲੋਕਾਂ ਤੋਂ, ਰੀਲ ਤੰਗ ਨਾ ਹੋਏ। ਦੂਜੀ ਤੁਸੀਂ ਮੈਂ ਡਿਮਾਂਡ ਦੂਜੀ ਜੀ ਰੇਤ ਤੇ ਤੰਗੀ ਬੰਦੀ ਹੈ ਨਾਲ। ਇਹ ਵਿਚਾਰੇ ਗਰੀਬ ਟਰੈਕਟਰ ਮੁੰਡੇ ਟਰੈਕਟਰ ਪਾਏ ਹੋਏ ਨੇ, ਇਹਨਾਂ ਨੂੰ ਬੜੀ ਤੰਗੀ ਹੈ। ਕਿਸੇ ਨੇ ਆਪਣੇ ਘਰ ਲਈ ਰੇਤ ਲੈਣੀ, ਗਰੀਬ ਆਦਮੀ ਇਹਨਾਂ ਨੂੰ ਪਠਾਨਕੋਟ ਥੋੜੀ ਲੈਣੀ, ਇਹਨਾਂ ਨੂੰ ਕਿੱਥੇ ਵੀ ਤੰਗ ਹੁੰਦੇ। ਇਹ ਵਿਸ਼ਵਾਸ ਦਿਲਾ ਦਿਓ ਕਿ ਐਮਐਲਏ ਬਣ ਕੇ ਰੇਤ ਲੋਕਾਂ ਨੂੰ ਛੱਡ ਕੇ ਆਏਗੀ, ਜਿਹਨੂੰ ਘਰ ਲਈ ਜਾਂ ਪੰਚਾਇਤ ਦੇ ਕੰਮ ਲਈ ਰੇਤ
ਨਹੀਂ ਕੁਝ ਵੀ ਚਾਹੀਦਾ ਕੋਈ ਡਿਪਾਰਟਮੈਂਟ ਤੰਗ ਨਹੀਂ ਕਰੇਗਾ। ਗਰੀਬਾਂ ਦੇ ਕੰਮ ਲਈ ਤੁਸੀਂ ਸਾਰੇ ਜਿਹੜੇ ਦੁਆਰ ਨਾਲ ਸਰਕਾਰ ਦੇ ਕੋਲ ਇਹ ਲੋਕਾਂ ਨੂੰ ਵਿਸ਼ਵਾਸ ਤੁਸੀਂ ਦੇਣਾ, ਕਿਉਂਕਿ ਤੁਸੀਂ ਵਿਧਾਇਕ ਹੋ, ਤੁਸੀਂ ਬਣਨਾ ਇਹ ਤੁਸੀਂ ਦੇਣਾ। ਮੈਂ ਹੁਣ ਨਰੇਸ਼ ਜੀ ਨੂੰ ਬੇਨਤੀ ਕਰਾਂਗਾ ਤੁਹਾਡਾ ਵਿਚਾਰ ਸਾਂਝੇ ਕਰਨ। ਬਾਬਾ ਜੀ ਵੀ ਗੱਲ ਰਹੀ ਹੈ, ਤੁਸੀਂ ਦੱਸਿਓ ਨਾ ਕੋਈ ਕਦਾ ਕੋਈ ਮੁੱਦਾ ਰਹੀ ਹੈ ਮੇਰੇ ਕੋਲ। ਆਪਾਂ ਬੈਠੇ ਆ, ਮੇਰੇ ਵੱਡੇ ਭਰਾ ਸੀ ਦਰਸ਼ਨ ਲੂਥਰਾ ਜੀ, ਉਹਨਾਂ ਦਾ ਇੱਕ ਪਰਿਵਾਰ ਹੈ। ਜਦੋਂ ਆਜ਼ਾਦ ਲੜਿਆ ਤੇ ਇਸੇ ਪਰਿਵਾਰ ਨੇ ਮੈਨੂੰ ਇੱਥੇ ਆਸਰਾ ਦਿੱਤਾ, ਕਿਉਂਕਿ ਪਾਰਟੀ 'ਚ ਲੜਨਾ ਔਰ ਆਜ਼ਾਦ ਲੜਨਾ ਵਿੱਚ ਬੜਾ ਫਰਕ ਹੈ। ਉਸ ਤੋਂ ਬਾਅਦ ਮੈਂ ਜਿੰਨੇ ਵੀ ਇੱਥੇ ਮੇਰੀਆਂ ਸਰਪੰਚ ਸਾਹਿਬਾਂ ਆਈਆਂ, ਲੇਡੀ ਸਰਪੰਚ ਆਈਆਂ, ਆਪਣੀਆਂ ਪਾਪੀਆਂ ਭਜਾਈਆਂ, ਗੋਗਾ ਪਾ ਕਹਿੰਦਾ ਇਹ ਤੇਰੀ ਭੈਣ ਸਰਪੰਚ ਹੈ ਇਸ ਪਿੰਡ ਦੀ। ਮੈਂ ਕਿਹਾ ਮੈਂ ਤੇ ਭਰਜਾਈ ਕਹਿਣਾ। ਮੇਰੇ ਸਾਥੀ ਜਿੰਨੇ ਸਟੇਜ ਤੇ ਬੈਠੇ, ਮੇਰੇ ਇਸ ਇਲਾਕੇ ਦੇ ਲੀਡਰ ਸਾਹਿਬਾਨ, ਸਰਪੰਚ ਸਾਹਿਬਾਨ, ਬਲਾਕ ਸੰਮਤੀ ਦੇ ਮੈਂਬਰ ਹੋਣ ਜਾਂ ਜਿੰਨੇ ਵੀ ਪਾਰਟੀ ਦੇ ਕਾਰਜਕਰਤਾ, ਮੇਰੀਆਂ ਮਾਤਾ ਭੈਣਾਂ, ਨੌਜਵਾਨ ਸਾਥੀ, ਪਿਆਰੀ ਬੱਚੀਆਂ, ਮੈਂ ਤੁਹਾਡਾ ਸਾਰਿਆਂ ਦਾ ਬੜਾ ਮਸ਼ਕੂਰ ਹਾਂ ਕਿ ਤੁਸੀਂ ਇੱਥੇ ਇਕੱਠੇ ਹੋਏ ਔਰ ਸਾਡੇ ਇਲੈਕਸ਼ਨ ਨੂੰ ਮੁਹਿੰਮ ਨੂੰ ਤਗੜਾ ਕੀਤਾ। ਸਾਰੀਆਂ ਗੱਲਾਂ ਬੜੀ ਤਫਸੀਲ ਨਾਲ ਦੱਸੀਆਂ ਭਾਨੂ ਜੀ ਨੇ, ਜੋ ਮੁਸ਼ਕਲਾਂ। ਮੈਂ ਵਾਅਦਾ ਕਰਨਾ ਕਿ ਅਗਰ ਤੁਹਾਡਾ ਆਸ਼ੀਰਵਾਦ ਰਿਹਾ, ਵਿਧਾਇਕ ਬਣੇ, ਤਾਂ ਇਹ ਜਿਹੜੀ ਛੋਟੀ ਛੋਟੀ ਗੱਲਾਂ ਕਰਕੇ ਟਰੈਕਟਰ ਵਾਲੇ ਜਿਹੜੇ ਰੇਤਾ ਬਜਰੀ ਵੇਚ ਕੇ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆ, ਇਹਨਾਂ ਵੱਲ ਮੈਂ ਕਿਸੇ ਨੂੰ ਤੱਕਣ ਨਹੀਂ ਦਿਆਂਗਾ। ਬੇਸ਼ਰਤੇ ਆਪਾਂ ਉਹਨਾਂ ਕੁ ਕੰਮ ਕਰੀਏ ਜਿੰਨਾ ਕੁ ਤੁਸੀਂ ਸਮਝਦੇ ਹੋ, ਜਿੰਨਾ ਕੁ ਜਾਇਜ਼ ਹੋਏ, ਕਿ ਮਾਈਨਿੰਗ ਮਾਫੀਆ ਦਾ ਧੱਬਾ ਨਾ ਲੱਗੇ, ਨਾ ਮੇਰੇ ਤੇ ਲੱਗੇ ਤੇ ਨਾ ਜਿਨ੍ਹਾਂ ਦੇ ਕੰਮ ਕਰਵਾ ਰਹੇ ਆ ਉਹਨਾਂ ਦੇ ਲੱਗੇ। ਦਫਾ 4 ਵਾਲੀ ਗੱਲ ਵੀ ਉਹਨੂੰ ਵੀ ਧਿਆਨ 'ਚ ਰੱਖਿਆ ਜਾਏਗਾ ਕਿ ਇੱਕ ਬੰਦਾ ਆਪਣਾ ਘਰ ਤੋੜ ਕੇ ਬਣਾ ਰਿਹਾ, ਉਹਨੂੰ ਤਰਲੇ ਕਰਨੇ ਪੈਂਦੇ, 20 NOC ਇਕੱਠੀਆਂ ਕਰਨੀਆਂ ਪੈਂਦੀਆਂ। ਮੈਂ ਬਾਕੀ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਇਹਨਾਂ ਨੇ ਰੇਤੇ ਬਜਰੀ ਦੀ ਗੱਲ ਕੀਤੀ ਹੈ, ਜਦੋਂ ਮੇਰੇ ਪਿਤਾ ਜੀ ਮਿਨਿਸਟਰ ਸੀ ਤੇ ਮੈਂ ਬੜੀ ਛੋਟੀ ਉਮਰ ਦੇ ਵਿੱਚ ਕਮੇਟੀ ਦਾ ਪ੍ਰਧਾਨ ਬਣ ਗਿਆ ਸੁਜਾਨਪੁਰ ਦਾ। ਤਾਂ ਮੇਰੇ ਕੋਲ ਇੱਕ ਐਸਾ ਲੀਡਰ ਜਿਹਦੀ ਕੱਲ ਫੋਟੋ ਆਏਗੀ ਅਖਬਾਰ 'ਚ, ਪਾਰਟੀ ਬਦਲ ਕੇ ਗਿਆ, ਉਹਨੇ ਮੇਰੇ ਕੋਲ ਆਣਾ, ਭਾਜੀ ਮੈਂ ਨਾ ਇਜੈਕਟਰ ਖੋਲਣਾ। ਉਹਨੂੰ ਪਤਾ ਨਹੀਂ ਹੋਣਾ ਇਜੈਕਟਰ ਕੀ ਹੋਣਾ। ਮੈਂ ਯਾਰ ਜਾ ਖੋਲ੍ਹਾ, ਇਜੈਕਟਰ ਦਾ ਕੀ ਹੈ। ਉਹ ਹੁੰਦਾ ਹੀ ਇਜੈਕਟਰ ਖੋਲ ਕੇ ਰੇਤਾ ਅੱਗੇ ਆ ਜਾਂਦਾ ਸੀ ਤੇ 500-400 ਟਰਾਲੀਆਂ ਭਰ ਲੈਣੀਆਂ। ਉਹ ਰੇਤੇ ਵੇਚ ਕੇ ਉਹ ਤਗੜਾ ਹੋ ਗਿਆ ਤੇ ਮੇਰੇ ਮੁਕਾਬਲੇ 'ਚ ਆ ਗਿਆ, ਟਿਕਟ ਮੈਂ ਲੈਣੀ ਹੈ। ਪਾਰਟੀ ਹਾਈ ਕਮਾਂਡ ਨੇ ਕੰਸੀਡਰ ਮੈਨੂੰ ਕਰ ਲਿਆ, ਉਹ ਗੱਲ ਬਚੀ ਨਹੀਂ। ਅੱਜ ਪਾਰਟੀ ਸੁਣਿਆ, ਹੁਣ ਮੈਂ ਤੁਹਾਡੇ 'ਚ ਵਿਚਰਦਾ ਪਿਆ ਕਿ ਪਾਰਟੀ ਚੇਂਜ ਕਰਕੇ ਚਲੇ ਗਏ। ਇੱਥੇ ਜਿੰਨੇ ਵੀ ਅਸੀਂ ਕਾਂਗਰਸ ਪਾਰਟੀ ਦੇ ਕੈਂਡੀਡੇਟ ਸੀ, ਉਹਨਾਂ ਵਿੱਚੋਂ ਇੱਕ ਭਾਨੂ ਪ੍ਰਤਾਪ ਵੀ ਸੀ, ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਹੈ। ਔਰ ਇਹ ਮੁੰਡਾ ਸਾਡਾ ਛੋਟਾ ਵੀਰ ਪੰਮੀ ਪਠਾਨੀਆ ਸ਼ਾਹਪੁਰ ਕੰਡੀ ਤੋਂ, ਇਹ ਵੀ ਕੈਂਡੀਡੇਟ ਸੀ। ਪਰ ਜਿਨ੍ਹਾਂ ਨੇ ਦੇ ਵਿੱਚ ਬਰਦਾਸ਼ਤ ਕਰਨ ਦਾ ਮਾਦਾ, ਔਰ ਇਹਨਾਂ ਦੀ ਛੋਟੀ ਉਮਰ ਹੈ, ਕਿਉਂਕਿ ਅਸੀਂ ਇਹਨਾਂ ਤੋਂ ਵੱਡੀ ਉਮਰਾਂ ਦੇ ਹਾਂ। ਔਰ ਸੰਸਾਰ ਦਾ ਨਿਯਮ ਹੈ ਕਿ ਪੀੜ੍ਹੀ ਦਰ ਪੀੜ੍ਹੀ ਚੇਂਜਿਸ ਹੁੰਦੀਆਂ। ਅੱਜ ਮੈਂ ਵਿਧਾਇਕ ਹਾਂ, ਉਹ ਬਣਾਂਗਾ, ਕੱਲ ਕਿਸੇ ਨੇ ਹੋਰ ਬਣਨਾ। ਇੱਦਾਂ ਸਿਸਟਮ ਚੱਲਿਆ ਦੁਨੀਆਦਾਰੀ ਦਾ। ਬੰਦੇ ਨੂੰ ਥੋੜਾ ਜਿਗਰਾ ਰੱਖਣਾ ਚਾਹੀਦਾ। ਅਗਰ ਮੈਂ ਇਲੈਕਸ਼ਨ ਲੜਿਆ, ਮੈਂ ਆਜ਼ਾਦ ਲੜਿਆ, ਮੈਂ ਆਪਣੀ ਔਕਾਤ ਦਿਖਾਈ, ਆਪਣੀ ਦੱਸੀ ਕਿ ਤੁਹਾਡਾ ਮੇਰੇ ਪਰਿਵਾਰ ਨਾਲ ਕਿੰਨਾ ਪਰਿਵਾਰ, ਔਰ 28,000 29,000 ਵੋਟਾਂ ਤੁਸੀਂ ਸਾਰਿਆਂ ਨੇ ਬੂੰਦ ਬੂੰਦ ਕਰਕੇ ਸਾਗਰ ਭਰਿਆ। ਕਿਦੋਂ 20 ਮਿਲਿਆ, ਕਿਤੇ 200 ਮਿਲੀਆਂ, ਕਿਦੋਂ ਨਹੀਂ ਮਿਲੀਆਂ। ਔਰ ਮੈਨੂੰ ਇੰਨੀ ਅੱਜ ਸਰਕਾਰ ਸਾਡੀ ਹਾਈ ਕਮਾਂਡ ਨੇ ਕੰਸੀਡਰ ਕੀਤਾ ਔਰ ਮੈਨੂੰ ਟਿਕਟ ਦਿੱਤੀ। ਮੈਂ ਆਪਣਾ ਕੰਮ ਕਰਦਾ। ਮੈਂ ਆਪਣੇ ਕਾਂਗਰਸੀ ਭਰਾਵਾਂ ਕੋਲ ਜਾਂਦਾ ਸੀ, ਮੈਂ ਕਹਿੰਦਾ ਸੀ ਕਿ ਕਹਿੰਦੇ ਟਿਕਟ ਲਈ ਆ, ਐਤਕੀ ਤੇ ਕੀ MLA ਬਣਾਵਾਂਗੇ। ਮੈਂ ਆਪਣਾ ਕੰਮ ਕਰਤਾ। ਹੁਣ ਲੋਕਾਂ ਤੇ ਆ, ਮੇਰੀਆਂ ਮਾਤਾ ਭੈਣਾਂ ਤੇ ਆ, ਤੁਸੀਂ ਵੋਟਾਂ ਪਾ ਕੇ ਮੈਨੂੰ ਤਗੜੇ ਕਰਨਾ। ਔਰ ਜਿਸ ਤਰ੍ਹਾਂ ਮੇਰੇ ਛੋਟੇ ਵੀਰ ਨੇ ਕਿਹਾ, ਅਸੀਂ ਸਾਰੇ ਜਿੰਨੇ ਵੀ ਮੇਰੇ ਇੱਥੇ ਕਾਂਗਰਸ ਦੇ ਲੀਡਰ ਸਾਹਿਬਾਨ ਹੈ, ਔਰ ਜਿੰਨੇ ਵੀ ਮੇਰੇ ਮੁਹੱਬਤੀ ਵਾਲੇ ਲੀਡਰ ਸਾਹਿਬਾਨ, ਉਹਨਾਂ ਨੇ ਕਹਿਣਾ ਅੱਜ ਕਾਂਗਰਸੀ ਬਣ ਗਿਆ, ਸਾਖੀ ਭੁੱਲ ਗਿਆ। ਮੈਂ ਸਾਰੇ ਇੱਕ ਤੇ ਇੱਕ 11 ਹੋ ਗਏ। ਹਾਂਜੀ, ਝੰਡਾ ਤੁਸੀਂ ਕਾਂਗਰਸ ਦਾ ਲਾਇਆ ਸੀ, ਯਾਦ ਲੜਿਆ ਤੁਸੀਂ ਇਲੈਕਸ਼ਨ? ਝੰਡਾ ਨਹੀਂ ਮੈਂ ਕਦੀ ਲਾਇਆ, ਝੰਡਾ ਨਹੀਂ ਕਦੀ ਲਾਇਆ। ਨਹੀਂ, ਆਜ਼ਾਦ ਲੜਿਆ ਲੱਗਾ ਝੰਡਾ ਮੇਰੇ ਕਾਂਗਰਸ ਦਾ ਹੀ ਰਿਹਾ, ਮੈਂ ਦੱਸ ਰਿਹਾ, ਕਿਉਂਕਿ ਮੈਂ ਦਿਲੋਂ ਕਾਂਗਰਸੀ ਸੀ। ਅਗਰ ਮੈਂ ਬਣ ਜਾਂਦਾ ਤੇ ਮੈਂ ਜਾਣਾ ਤੇ ਕਾਂਗਰਸ। ਮੇਰਾ ਬੇਟਾ ਛੋਟਾ ਜਿਹਾ ਸੀ, ਜਦੋਂ 12 'ਚ ਮੇਰੀ ਟਿਕਟ ਕੱਟ ਗਈ ਤੇ ਮੈਂ ਇੱਕ ਦਿਨ ਆਇਆ ਤੇ ਜਿਹਨੂੰ ਟਿਕਟ ਮਿਲੀ ਸੀ ਲੀਡਰ ਨੂੰ, ਉਹਦਾ ਘਰ ਤੇ ਮੇਰਾ ਘਰ ਲਾਗੇ ਸੀ। ਉਹਦੇ ਘਰ ਵੱਲ ਦੇਖੀ ਜਾਏ, ਮੈਂ ਕਿਆ ਦੇਖ ਰਹਾ ਇਧਰ? ਕਹਿੰਦਾ ਪਾਪਾ ਹਮਾਰਾ ਪੰਜਾ ਲੈ ਗਿਆ ਜੇ। ਮੈਂ ਪੁੱਤਰ ਕੋਈ ਨਹੀਂ, ਜਿੰਦੇ ਰਹੇ ਪੰਜਾ ਵਾਪਸ ਆਏਗਾ। ਅੱਜ ਸਾਡੀ ਹਾਈ ਕਮਾਂਡ ਨੇ ਆਸ਼ੀਰਵਾਦ ਦਿੱਤਾ ਪੰਜਾ ਲੈਣ ਦਾ। ਹੁਣ ਮੇਰੇ ਪਿਤਾ ਜੀ ਦੀ ਇੱਛਾ ਸੀ ਕਿ ਜਦੋਂ ਜਿੰਦੇ ਸੀ, ਜਾਣ ਵਾਲੇ ਸੀ, ਡੈਥ ਬੈੱਡ ਤੇ ਸੀ, ਮੈਨੂੰ ਕਹਿੰਦੇ ਮੈਂ ਚਾਹੁੰਦਾ ਸੀ ਬੇਟਾ ਮੇਰੇ ਜਿੰਦੇ 'ਚ ਇੱਕ ਵਾਰੀ MLA ਬਣਦਾ। ਉਹ ਗੱਲ ਮੇਰੇ ਦਿਲ 'ਚ ਰਹਿ ਗਈ। ਮੈਂ ਲੜਿਆ 15 ਸਾਲ, ਸਟਰਗਲ ਕੀਤਾ, ਟਿਕਟ ਲਿਆਂਦੀ।
ਹੁਣ ਤੁਸੀਂ ਉਹ ਇੱਛਾ ਮੇਰੀ ਤੁਸੀਂ ਪੂਰੀ ਕਰਵਾਉਣੀ ਮੇਰੀ ਨਹੀਂ, ਮੇਰੇ ਪਿਤਾ ਜੀ। ਮੈਨੂੰ ਕਿਸੇ ਚੀਜ਼ ਦੀ ਚਾਹ ਨਹੀਂ, ਜੇ ਮੈਨੂੰ ਚਾਹ ਹੁੰਦੀ ਤਾਂ ਮੈਂ ਉਦੋਂ ਹੀ ਪਿਤਾ ਜੀ ਨਾਲ ਦੌੜੇ ਪੈ ਜਾਂਦਾ। ਅੱਜ ਕਿਸੇ ਦਾ ਮੈਂ ਗੱਲ ਕੀਤੀ, ਕੋਈ ਮਾੜੀ ਨਾ ਲੱਗੇ ਕਿਸੇ ਨੂੰ, ਕਿਸੇ ਤੇ ਪਿਤਾ ਜੀ ਲੀਡਰ ਬੰਦੇ ਤੇ ਬੱਚਾ ਨਾਲ ਪਹਿਲੇ ਸ਼ੁਰੂ ਹੋ ਜਾਂਦਾ। ਮੈਨੂੰ ਕਿਸੇ ਚੀਜ਼ ਦੀ ਇੱਛਾ ਨਹੀਂ ਸੀ, ਮੈਨੂੰ ਸਿਰਫ ਇੰਨੀ ਠੰਡੀ ਹਵਾ ਆਉਂਦੀ ਸੀ ਕਿ ਮੇਰੇ ਫਾਦਰ ਮਿਨਿਸਟਰ ਹੈ। ਜਦੋਂ ਜ਼ਿੰਮੇਵਾਰੀ ਪੈ ਗਈ ਸਿਰ ਤੇ, ਫਿਰ ਮੈਨੂੰ ਤੁਹਾਡੇ ਦਰਬਾਰ 'ਚ ਆਉਣਾ ਪਿਆ ਔਰ ਉਹ ਪੁੱਤਰ ਦੇ ਉਹ ਆਖਾ ਵੀ ਪੂਰਾ ਕਰਨਾ ਸੀ, ਪੰਜਾ ਲਿਆਉਣਾ ਸੀ, ਉਹ ਲਈ ਜਾਂਦਾ। ਹੁਣ ਤੁਸੀਂ ਸਾਰੇ ਮੇਰਾ ਹਲਕੇ ਸਾਥ ਦਿਓ। ਮੈਂ ਚੰਗਾ ਮੰਦਾ ਜਿੱਦਾਂ ਦਾ ਵੀ ਹਾਂ ਤੁਹਾਡਾ, ਔਰ ਮੇਰੇ ਦਿਲ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕਪਟ ਔਰ ਪਾਪ ਨਹੀਂ ਹੈ ਕਿ ਮੈਂ ਕਿਸੇ ਤਰ੍ਹਾਂ ਦਾ ਕੋਈ ਠੱਗੀ ਟੋਰੀ ਮਾਰਨੀ ਹੈ, ਮੈਂ ਇੱਥੋਂ ਦਰਖਤ ਵਢਾਣੇ, ਜੰਗਲ ਵਢਾਣੇ ਆ, ਨੋ ਕੁਝ ਨਹੀਂ ਕਰਦਾ। ਚਲੋ ਤੁਹਾਡੀ ਰੇਜਪੁਰੀ ਜਿੰਦਾਬਾਦ, ਰੇਜਪੁਰੀ ਜਿੰਦਾਬਾਦ, ਆਲੂ ਪ੍ਰਤਾਪ ਜਿੰਦਾਬਾਦ। ਮੇਰੀ ਰਿਕਾਰਡਿੰਗਾਂ ਕਰ ਰਹੀ ਹੈ, ਇਹ ਤਾਂ ਉਮਰ ਰਹਿਣੀ ਹੈ। ਕੁਝ ਗੱਲਾਂ ਤੇ ਮੈਂ ਗਲਤ ਹੋ ਸਕਦਾ ਕਿਉਂਕਿ ਇਨਸਾਨ ਹੈ, 100% ਕੋਈ ਨਹੀਂ ਹੋ ਸਕਦਾ। ਇੱਥੇ ਰਾਮ ਹੋਏ, ਪ੍ਰਭੂ ਰਾਮ ਨੂੰ 14 ਸਾਲ ਦਾ ਬਨਵਾਸ ਹੋਇਆ, ਇਸ ਨਮਾਣੇ ਨੂੰ 15 ਸਾਲ ਦਾ ਹੋਇਆ। ਤੁਸੀਂ ਹੁਣ ਮੇਰੀ ਮਦਦ ਕਰਨੀ ਹੈ ਔਰ ਮੈਨੂੰ ਕਾਮਯਾਬ ਕਰਨਾ, ਔਰ ਮੈਂ ਪ੍ਰੂਵ ਕਰਨ ਦਾ ਯਤਨ ਕਰਨਾ ਆਪਣੇ ਸਾਰੇ ਕਾਂਗਰਸੀ ਨਾਲ ਰਲ ਕੇ ਕਿ ਤੁਹਾਡੀ ਸੇਵਾ ਕਰੀਏ, ਇਸ ਧਾਰ ਬਲਾਕ ਦੀ ਸੇਵਾ ਕਰੀਏ। ਕਾਲ ਤੋਂ ਵੱਧ ਗੱਲ ਕਰ ਰਿਹਾ, ਮੇਰਾ ਦਿਲ ਕਰਦਾ ਕਿ ਕਦੀ ਜ਼ਿੰਦਗੀ 'ਚ ਚਾਂਸ ਲੱਗੇ ਨਾ ਤੇ ਧਾਰ ਬਲਾਕ ਦੇ ਵਿੱਚ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਬਣੇ ਕੋਈ ਐਸਾ ਹਸਪੀਟਲ ਬਣੇ ਕਿ ਜਿੱਥੇ ਸਾਡੇ ਇਲਾਕੇ ਦੀਆਂ ਜਿਹੜੀਆਂ ਸਟੇਟਸ ਲੱਗਦੀਆਂ ਔਰ ਦੂਰੋਂ ਦੂਰੋਂ ਲੋਕੀ ਇੱਥੇ ਇਲਾਜ ਕਰਾਉਣਾ। ਬਟ ਇਹ ਪਾਵਰ ਡਿਪੈਂਡ ਕਰਦਾ ਪਾਵਰ ਬੰਦੇ 'ਚ ਕਿੰਨੀ ਹੈ। ਇੱਥੇ ਪੀਜੀਆਈ ਵਰਗਾ ਕੋਈ ਸੈਂਟਰ ਬਣ ਜੇ ਕਿ ਸਾਡੇ ਲੋਕਾਂ ਦਾ ਇਲਾਜ ਹੋਵੇ। ਜਿਹੜੀ ਸਾਡੀ ਕੀਮਤੀ ਜਾਨਾਂ ਜਾ ਰਹੀਆਂ ਇੱਥੋਂ, ਸਾਡਾ ਰਿਮੋਟ ਏਰੀਆ ਨਾ ਜੀ, ਉਹ ਜਾਨਾਂ ਬਚ ਸਕਣ। ਮੈਂ ਜ਼ਿਆਦਾ ਨਹੀਂ ਕਹਿੰਦਾ ਹੋਇਆ, ਇਹੋ ਕਹਾਂਗਾ ਤੁਸੀਂ ਤਾਕਤ ਦਿਓ। ਅਸੀਂ ਸਾਰੇ ਰਲ ਕੇ, ਅਗਰ ਮੈਂ ਵਿਧਾਇਕ ਬਣ ਜਾਣਾ ਤੇ ਮੈਂ ਸਾਰੀ ਚੀਜ਼ਾਂ ਥੋੜੀ ਜੱਫੇ ਪਾ ਲੈਣਾ। ਮੈਂ ਆਪਣੇ ਭਰਾ ਨੂੰ ਚੇਅਰਮੈਨ ਬਣਾ ਦੇਣਾ, ਹੈ ਹੀ ਕੋਈ ਨਹੀਂ ਪਿੱਛੇ, ਬੇਟਾ ਛੋਟਾ ਜਿਹਾ। ਇਹ ਪਾਵਰ ਸਾਰੀ ਜਿਹੜੀ ਪੋਸਟਾਂ ਇਹ ਇਹਨਾਂ 'ਚ ਹੀ ਡਿਵਾਈਡ ਹੋਣੀ ਹੈ, ਤੁਹਾਡੇ ਲੋਕਾਂ 'ਚ ਹੀ ਡਿਵਾਈਡ ਹੋਣੀ। ਸੋ ਜ਼ਿਆਦਾ ਨਾ ਕਹਿੰਦਾ ਹੋਇਆ, ਜਿਵੇਂ ਦਾ ਜਾਚੇਗਾ ਕੋਈ ਗਲਤੀ ਹੋਏ ਤਾਂ ਜੈ ਹਿੰਦ। ਆਓ